ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋੜੀਏ। ਜਾਪ ਸਾਹਿਬ ਜੀ ਦੇ ਸ਼ਬਦ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਦੇ ਵਿੱਚ ਸਾਰੀਆਂ ਸੰਗਤਾਂ ਪੜ੍ਹਦੀਆਂ ਹਨ, ਆਪਣੇ ਮਨ ਨੂੰ ਸੁਣਾਉਂਦੀਆਂ ਹਨ। ਅਕਾਲ ਪੁਰਖ ਜੀ ਦੇ ਪਾਵਨ ਚਰਨਾਂ ਦੇ ਨਾਲ ਮਨ ਜੁੜਦਾ ਜਾਂਦਾ ਹੈ। ਇਹ ਪਵਿੱਤਰ ਗੁਰਬਾਣੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁੱਖ ਵਾਕ ਹਨ। ਪਹਿਲਾਂ ਜਪਜੀ ਸਾਹਿਬ ਜੀ ਪੜ੍ਹਦੇ ਹਾਂ, ਫਿਰ ਜਾਪ ਸਾਹਿਬ ਜੀ ਪੜ੍ਹਦੇ ਹਾਂ। ਸਵਈਏ ਚੌਪਈ ਸਾਹਿਬ ਜੀ, ਆਨੰਦ ਸਾਹਿਬ ਜੀ ਦਾ ਪਾਠ ਕਰਕੇ ਰੋਜ਼ ਅੰਮ੍ਰਿਤ ਵੇਲੇ ਜਿਨ੍ਹਾਂ ਦੇ ਭਾਗਾਂ ਵਿੱਚ ਹੈ ਉਹ ਪੜ੍ਹ ਵੀ ਲੈਂਦੇ ਹਨ। ਜੇ ਨਹੀਂ ਪੜ੍ਹਿਆ ਜਾਂਦਾ ਤੇ ਸੁਣ ਲੈਂਦੇ ਹਨ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ। ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ, ਨਮਸਤਵੰ ਅਗੰਜੇ ਨਮਸਤਵੰ ਅਭੰਜੇ, ਨਮਸਤਵੰ ਅਕਾਲੇ ਨਮਸਤਵੰ ਅਪਾਲੇ। ਅੱਗੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ। ਹੋ ਸਕਦਾ ਹੈ ਸਤਿਗੁਰਾਂ ਦਾ ਕੋਈ ਸ਼ਬਦ ਮਨ ਵਿੱਚ ਵਸ ਜਾਵੇ, ਸਾਡਾ ਭਲਾ ਹੋ ਜਾਵੇ। ਨਮੋ ਸਰਬ ਦੇਸੇ ਨਮੋ ਸਰਬ ਭੇਸੇ। ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਦੇਸ਼ ਆਪ ਜੀ ਦੇ ਹਨ। ਸਾਰਿਆਂ ਦੇਸ਼ਾਂ ਦੇ ਤੁਸੀਂ ਮਾਲਕ ਹੋ। ਜਿੰਨੇ ਵੀ ਜੀ ਹਰ ਦੇਸ਼ ਵਿੱਚ ਵਸ ਰਹੇ ਹਨ, ਉਹਨਾਂ ਦੇ ਵਿੱਚ ਭੇਸ ਵੀ ਵੱਖਰੇ ਵੱਖਰੇ ਹਨ, ਕੱਪੜੇ ਵੱਖਰੇ ਵੱਖਰੇ, ਪਹਿਰਾਵੇ ਵੱਖਰੇ ਵੱਖਰੇ ਹਨ। ਸਰਗੁਣ ਸਰੂਪ ਵਿੱਚ ਵਾਹਿਗੁਰੂ ਜੀ ਉਹਨਾਂ ਸਾਰਿਆਂ ਦੇਸ਼ਾਂ ਦੇ ਵਿੱਚ ਕੌਣ ਹੈ, ਉਹਨਾਂ ਸਾਰਿਆਂ ਭੇਸਾਂ ਦੇ ਵਿੱਚ ਕੌਣ ਹੈ। ਵਾਹਿਗੁਰੂ ਜੀ ਨਿਰਗੁਣ ਵੀ ਆਪ ਹੋ, ਸਰਗੁਣ ਵੀ ਤੁਸੀਂ ਆਪ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਦੇਸੇ ਨਮੋ ਸਰਬ ਭੇਸੇ। ਜਿੰਨੇ ਵੀ ਭੇਸ ਹਨ, ਭਾਵੇਂ ਵੱਖ ਵੱਖ ਪਹਿਰਾਵੇ ਹਨ, ਵਾਹਿਗੁਰੂ ਜੀ ਆਪ ਜੀ ਤੋਂ ਬਿਨਾਂ ਕੋਈ ਵੀ ਨਹੀਂ, ਆਪ ਜੀ ਤੋਂ ਬਿਨਾਂ ਕੋਈ ਵੀ ਨਹੀਂ। ਆਪ ਜੀ ਨੂੰ ਨਮੋ ਹੈ, ਨਮਸਕਾਰ ਹੈ। ਨਮੋ ਰਾਜ ਰਾਜੇ ਨਮੋ ਸਾਜ ਸਾਜੇ। ਰਾਜਿਆਂ ਦੇ ਰਾਜੇ, ਰਾਜਨ ਮੈਂ ਤੂੰ ਰਾਜਾ ਕਹੀਐ। ਸਤਿਗੁਰੂ ਜੀ ਸਾਰਿਆਂ ਰਾਜਿਆਂ ਨੂੰ ਰਾਜ ਦੇਣ ਵਾਲੇ ਤੁਸੀਂ ਹੋ। ਇਹਨਾਂ ਸਾਰਿਆਂ ਨੂੰ ਤੁਸਾਂ ਹੀ ਸਾਜਿਆ ਸਵਾਰਿਆ ਹੈ, ਬਣਾਇਆ ਹੈ, ਤਖਤਾਂ ਤੇ ਰਾਜਾਂ ਤੇ ਟਿਕਾਇਆ ਹੈ। ਨਮੋ ਰਾਜ ਰਾਜੇ ਨਮੋ ਸਾਜ ਸਾਜੇ। ਇਹ ਤੁਹਾਡੇ ਦਿੱਤੇ ਹੋਏ ਰਾਜਾਂ ਤੇ ਰਾਜ ਕਰ ਰਹੇ ਹਨ, ਤੁਹਾਡੇ ਸਾਜੇ ਹੋਏ।
ਰਾਜ ਜੋ ਵੀ ਕਰ ਰਹੇ ਹਨ ਇਹ ਸਭ ਤੁਹਾਡੇ ਸਾਜੇ ਹੋਏ ਹਨ। ਗਾਵੇ ਕੋ ਸਾਜ ਕਰੇ ਤਨ ਖੇ। ਇਹ ਰਾਜ ਭਾਗ, ਇਹਨਾਂ ਨੂੰ ਸਾਜਣਾ, ਸਵਾਰਨਾ, ਸਮਾਂ ਆਉਣ ਤੇ ਖੇ ਵੀ ਕਰ ਦੇਣਾ, ਇਹ ਸਭ ਤੁਹਾਡਾ ਹੀ ਖੇਲ ਹੈ। ਤੁਸੀਂ ਰਾਜਿਆਂ ਦੇ ਰਾਜੇ ਹੋ, ਇਹਨਾਂ ਨੂੰ ਸਾਜਣ ਵਾਲੇ ਹੋ, ਬਣਾਉਣ ਵਾਲੇ ਹੋ, ਤਖਤਾਂ ਤੇ ਬੈਠਾਉਣ ਵਾਲੇ ਹੋ, ਰਾਜ ਕਰਵਾਉਣ ਵਾਲੇ ਹੋ। ਨਮੋ ਸ਼ਾਹ ਸ਼ਾਹੇ, ਨਮੋ ਮਾਹ ਮਾਹੇ। ਬਾਦਸ਼ਾਹਾਂ ਦੇ ਕੋਲ ਜਿਹੜੀ ਬਾਦਸ਼ਾਹਤ ਹੈ, ਬਾਦਸ਼ਾਹ ਬਣੇ ਹੋਏ ਹਨ, ਇਹਨਾਂ ਸਾਰਿਆਂ ਤੋਂ ਵੱਡੇ ਤੁਸੀਂ ਹੋ। ਆਪ ਜੀ ਨੂੰ ਨਮੋ ਹੈ। ਨਮੋ ਸਾਜ ਸਾਜੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸ਼ਾਹ ਸ਼ਾਹੇ, ਨਮੋ ਮਾਹ ਮਾਹੇ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹੋ, ਮਾਲਕ ਹੋ, ਤਾਈਓ ਤੇ ਇਹ ਦੁਨੀਆ ਦੇ ਵਿੱਚ ਸ਼ਹਿਨਸ਼ਾਹੀਆਂ ਕਰ ਰਹੇ ਹਨ। ਨਮੋ ਮਾਹ ਮਾਹੇ। ਮਾਹ ਚੰਦਰਮਾ ਰੂਪ ਹੋ ਕੇ, ਇਹ ਚੰਦਰਮਾ ਵੀ ਤੁਸਾਂ ਹੀ ਬਣਾਇਆ ਹੋਇਆ ਹੈ, ਜੋ ਸ਼ਾਂਤੀ ਦੀ ਠੰਡੀ ਠੰਡੀ ਰਾਤ ਨੂੰ ਰੌਸ਼ਨੀ ਦਿੰਦਾ ਹੈ। ਸੂਰਜ ਬੇਸ਼ੱਕ ਤਪਦਾ ਹੈ, ਜਲਦਾ ਹੈ, ਪਰ ਰਾਤ ਨੂੰ ਰਹਿਣਾ ਉਸ ਨੂੰ ਚੰਦਰਮਾ ਦੇ ਘਰ ਵਿੱਚ ਹੀ ਆ ਕੇ ਪੈਂਦਾ ਹੈ। ਬੰਦੇ ਨੂੰ ਵੀ ਜਿੰਨਾ ਮਰਜ਼ੀ ਤਪ ਲਵੇ, ਅਗਨ ਰੂਪ ਹੋ ਜਾਵੇ, ਆਖਰ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਇਸ ਨੂੰ ਟਿਕਣਾ ਪੈਂਦਾ ਹੈ, ਜਦੋਂ ਜ਼ਿੰਦਗੀਆਂ ਮੁੱਕ ਜਾਂਦੀਆਂ ਹਨ। ਵਾਹਿਗੁਰੂ ਜੀ, ਆਪ ਜੀ ਨੂੰ ਨਮਸਕਾਰ ਹੈ। ਇਹ ਜਿੰਨੇ ਵੀ ਮਹੀਨੇ ਹਨ, ਮਾਹ ਮਾਹੇ 12 ਮਹੀਨੇ ਹਨ, ਵੱਖ-ਵੱਖ ਨਾਂ ਹਨ। ਕੋਈ ਚੇਤਰ ਹੈ, ਕੋਈ ਵੈਸਾਖ ਹੈ, ਕੋਈ ਜੇਠ ਹੈ, ਕੋਈ ਸੌਣ ਹੈ, ਕੋਈ ਭਾਦਰੋਂ ਹੈ, ਕੋਈ ਅੱਸੋਂ ਹੈ, ਕੋਈ ਕੱਤਕ ਹੈ, ਕੋਈ ਮੱਘਰ ਹੈ। ਪੋ ਮਾਘ ਫੱਗਣ ਚੇਤਰ ਵੈਸਾਖ ਜੇਠ ਹਾਰ, ਸੌਣ ਭਾਦਰੋਂ ਅੱਸੋਂ ਕੱਤੇ ਮੱਘਰ ਪੋ ਮਾਘ ਫੱਗਣ। ਇਹ 12 ਮਹੀਨੇ। ਇਹਨਾਂ ਮਹੀਨਿਆਂ ਵਿੱਚ ਸਤਿਗੁਰੂ ਜੀ ਕੌਣ ਹੈ? ਇਹ ਸਾਰੇ ਰੂਪ ਆਪ ਜੀ ਦੇ ਹਨ। ਕਿਧਰੇ ਹਨੇਰੇ ਪੱਖ ਹਨ, ਮੱਸਿਆ ਦੇ ਦਿਨ ਆ ਜਾਂਦੇ ਹਨ, ਕਿਧਰੇ ਚੰਦਰਮਾ ਦੇ ਪੱਖ ਹਨ, ਚਾਨਣਾ ਆ ਜਾਂਦਾ ਹੈ। ਕਦੀ ਮਨ ਵਿੱਚ ਗਿਆਨ ਆ ਜਾਂਦਾ ਹੈ, ਚਾਨਣਾ ਪੈਦਾ ਹੋ ਜਾਂਦਾ ਹੈ। ਕਦੀ ਬੁਰਾਈਆਂ ਦੇ ਰਾਹ ਤੇ ਜਦੋਂ ਬੰਦਾ ਪੈ ਜਾਂਦਾ ਹੈ, ਮਾਨਸ ਪੈ ਜਾਂਦਾ ਹੈ, ਹਨੇਰਾ ਹੀ ਹਨੇਰਾ ਲੱਗਦਾ ਹੈ। ਸਾਰੇ ਪਾਸੇ ਤਮ ਹੋ ਜਾਂਦਾ ਹੈ। ਪਰ ਜੇ ਗੁਰੂ ਦੇ ਚਰਨ ਫੜ ਲਵੇ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਵਾਹਿਗੁਰੂ ਜੀ, ਇਹ ਰਚਨਾ ਸਾਰੀ ਤੁਹਾਡੀ ਹੈ। ਆਪ ਜੀ ਨੂੰ ਨਮੋ ਹੈ, ਨਮਸਕਾਰ ਹੈ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਗੀਤਾਂ ਦੇ ਵਿੱਚ ਵੀ ਤੁਸੀਂ ਹੋ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਉਹ ਗੀਤ ਵੀ ਹਨ ਜੋ ਕੀਰਤਨ ਰੂਪ ਹਨ, ਜਿਨ੍ਹਾਂ ਗੀਤਾਂ ਵਿੱਚ ਆਪ ਜੀ ਦੀ ਉਸਤਤ ਵਡਿਆਈ ਹੁੰਦੀ ਹੈ, ਸੋਭਾ ਹੁੰਦੀ ਹੈ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਇਹ ਆਵਾਜ਼ਾਂ
ਇਹ ਮਿੱਠੀਆਂ ਧੁਨਾਂ ਜਿਹੜੀਆਂ ਗਲਿਆਂ ਦੇ ਵਿੱਚੋਂ ਨਿਕਲਦੀਆਂ ਹਨ, ਵਾਹਿਗੁਰੂ ਜੀ, ਇਹ ਆਵਾਜ਼ਾਂ ਤੁਹਾਡੀਆਂ ਦਿੱਤੀਆਂ ਹੋਈਆਂ ਹਨ। ਜੇ ਇਹਨਾਂ ਦੇ ਨਾਲ ਆਪ ਜੀ ਦੀ ਉਸਤਤ ਕੀਤੀ ਜਾਵੇ, ਇਹ ਆਵਾਜ਼ਾਂ ਵੀ ਵਾਹਿਗੁਰੂ ਜੀ ਸਫਲ ਹੋ ਜਾਂਦੀਆਂ ਹਨ। ਆਪ ਜੀ ਨੂੰ ਨਮੋ ਹੈ, ਇਹ ਵੀ ਇੱਕ ਤੁਹਾਡਾ ਹੀ ਰੂਪ ਹੈ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਸੱਚੀਆਂ ਪ੍ਰੀਤਾਂ ਜਿਹੜੀਆਂ ਤੁਹਾਡੇ ਚਰਨਾਂ ਦੇ ਨਾਲ ਬਣ ਜਾਂਦੀਆਂ ਹਨ, ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ। ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਦੋਂ ਸਤਿਗੁਰੂ ਜੀ ਤੁਹਾਡੇ ਨਾਲ ਪ੍ਰੀਤ ਪੈ ਜਾਵੇ ਅਕਾਲ ਪੁਰਖ ਵਾਹਿਗੁਰੂ ਜੀ, ਫਿਰ ਮਾੜਿਆਂ ਪਾਸਿਆਂ ਤੋਂ, ਬੁਰਿਆਂ ਪਾਸਿਆਂ ਤੋਂ ਪ੍ਰੀਤਾਂ ਟੁੱਟ ਜਾਂਦੀਆਂ ਹਨ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਜਦੋਂ ਕਿਰਪਾ ਹੋ ਜਾਂਦੀ ਹੈ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪਹਿਲਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਾਲ ਪ੍ਰੀਤਾਂ ਪਾਈਆਂ ਹੁੰਦੀਆਂ ਹਨ, ਉਹ ਪ੍ਰੀਤਾਂ ਫਿਰ ਸਾਰੀਆਂ ਟੁੱਟ ਜਾਂਦੀਆਂ ਹਨ। ਵਾਹਿਗੁਰੂ ਜੀ ਦੀ ਪ੍ਰੀਤ ਸੱਚ ਪ੍ਰਗਟ ਹੋ ਜਾਂਦੀ ਹੈ, ਜਿਹਦੇ ਨਾਲ ਇਹ ਮਾਨਸ ਜਨਮ ਸਫਲਾ ਹੋ ਜਾਂਦਾ ਹੈ। ਆਪ ਜੀ ਨੂੰ ਨਮੋ ਹੈ, ਨਮਸਕਾਰ ਹੈ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਧੰਨ ਹੋ ਜੋ ਇਹ ਬਖਸ਼ਿਸ਼ਾਂ ਕਰ ਦਿੰਦੇ ਹੋ, ਸੱਚੀਆਂ ਪ੍ਰੀਤਾਂ ਦੇ ਨਾਲ ਇਸ ਮਨ ਨੂੰ ਜੋੜ ਦਿੰਦੇ ਹੋ। ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਰੋਖ ਰੋਖੇ। ਨਮੋ ਸੋਖ ਸੋਖੇ। ਅਕਾਲ ਪੁਰਖ ਵਾਹਿਗੁਰੂ ਜੀ, ਕਈ ਵਾਰੀ ਦੁਨੀਆ ਦੇ ਜੀਵਾਂ ਨੂੰ ਤੁਸੀਂ ਭੁਲਾ ਦਿੰਦੇ ਹੋ, ਆਪਣੇ ਵੱਲੋਂ ਦੂਰ ਕਰ ਦਿੰਦੇ ਹੋ। ਉਹਨਾਂ ਦਾ ਸੁਭਾਅ ਕ੍ਰੋਧ ਵਾਲਾ ਬਣ ਜਾਂਦਾ ਹੈ। ਕਾਮ ਕ੍ਰੋਧ ਜਲਿਆ ਸੰਸਾਰੇ। ਪਰ ਵਾਹਿਗੁਰੂ ਜੀ, ਜੇ ਉਹ ਆਪ ਜੀ ਦੇ ਚਰਨਾਂ ਨਾਲ ਜੁੜ ਜਾਣ, ਤੁਸੀਂ ਰਹਿਮਤ ਕਰਦੇ ਹੋ, ਕਿਰਪਾ ਕਰਦੇ ਹੋ, ਬਖਸ਼ਿਸ਼ ਕਰਦੇ ਹੋ, ਤਾਂ ਕ੍ਰੋਧ ਰੋਹ ਵਿੱਚ ਬਦਲ ਜਾਂਦਾ ਹੈ, ਕ੍ਰੋਧ ਚਲਾ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਰੁੱਖਾ ਸੁਭਾਅ ਜਿਹੜਾ ਹੈ ਉਹ ਪ੍ਰੇਮ ਵਿੱਚ ਬਦਲ ਜਾਂਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪ ਨਿਰਭਉ ਹੋ, ਨਿਰਵੈਰ ਹੋ। ਮੂਲ ਮੰਤਰ ਵਿੱਚ ਆਪ ਜੀ ਦੀਆਂ ਉਸਤਤਾਂ ਸਾਰੀਆਂ ਆ ਜਾਂਦੀਆਂ ਹਨ। ਸਤਿਗੁਰ ਜੀ, ਆ ਜਿਹੜੀ ਦੁਨੀਆ ਹੈ ਆਪ ਜੀ ਦੀ ਰਚੀ ਹੋਈ, ਜਿਹੜੀ ਝੂਠੀ ਹੈ, ਸੁਪਨੇ ਵਰਗੀ ਹੈ, ਆਪ ਜੀ ਦੇ ਹੁਕਮ ਹਨ, ਝੂਠੀ ਦੁਨੀਆ ਲੱਗ। ਨਾ ਆਪ ਵੰਜਾਈਏ, ਆਪਣਾ ਆਪ ਨਾ ਐਵੇਂ ਬਰਬਾਦ ਕਰ ਲਈਏ, ਗਵਾ ਲਈਏ, ਵੰਜਾ ਲਈਏ, ਕਿਉਂਕਿ ਦੁਨੀਆ ਤੇ ਝੂਠੀ ਹੈ, ਜਿਵੇਂ ਸੁਪਨਾ ਝੂਠਾ ਹੈ। ਸੱਚਾ ਵੀ ਹੈ, ਝੂਠਾ ਵੀ ਹੈ। ਸੱਚਾ ਤਾਂ ਹੈ ਨੀਂਦ ਵਿੱਚ ਆਇਆ ਹੈ, ਝੂਠਾ ਤਾਂ ਹੈ ਜਦੋਂ ਜਾਗ ਖੁੱਲੀ। ਜੋ ਨੀਂਦ ਵਿੱਚ ਮੌਜਾਂ ਮਾਣੀਆਂ, ਜੋ ਨੀਂਦ ਵਿੱਚ ਪਦਾਰਥ ਚੀਜ਼ਾਂ ਦੇਖੀਆਂ, ਹਵਾਈ ਜਹਾਜ਼ਾਂ 'ਚ ਉੱਡਿਆ, ਪਤਾ ਨਹੀਂ ਕੀ ਕੀ ਦੇਖਿਆ ਸੁਪਨੇ ਵਿੱਚ, ਜਾਗ ਆਉਂਦਿਆਂ ਕੁਝ ਵੀ ਨਹੀਂ ਨਜ਼ਰ ਆਉਂਦਾ। ਉਹੀ ਉਹ ਹਾਲ ਦੁਨੀਆ ਦੇ ਸੁਪਨੇ ਦਾ ਹੈ। ਜਦੋਂ ਦੁਨੀਆ ਵੱਲੋਂ ਨੀਂਦਰ ਖੁੱਲਦੀ ਹੈ, ਮਾਲਕ ਦੇ ਘਰ ਜਾਣਾ ਪੈਂਦਾ ਹੈ। ਵਾਹਿਗੁਰੂ ਜੀ, ਆਪ ਜੀ ਦੇ ਘਰ
ਉਦੋਂ ਮਹਿਲ ਮਾੜੀਆਂ, ਪੁੱਤਰ ਧੀਆਂ, ਘਰ ਬਾਰ, ਸੱਜਣ ਮਿੱਤਰ ਕੋਈ ਵੀ ਨਹੀਂ ਦਿਸਦਾ। ਅਗਰ ਕੋਈ ਦਿਸਦਾ ਹੈ ਤਾਂ ਜਿਹੜਾ ਕੜੀ ਸਤਸੰਗ ਕੀਤਾ ਹੈ, ਗੁਰਬਾਣੀ ਪੜ੍ਹੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ, ਜਾ ਕੇ ਦੀਦਾਰ ਕੀਤੇ ਹਨ, ਗੁਰਬਾਣੀ ਨਾਲ ਪਿਆਰ ਕੀਤਾ ਹੈ। ਅਗਰ ਕੋਈ ਪੱਲੇ ਹੈ ਉਸ ਵੇਲੇ ਨਾਮ ਦਾ ਧਨ, ਤਾਂ ਖੁਸ਼ੀਆਂ ਨਾਲ ਜਾਂਦਾ ਹੈ। ਨਾਮ ਧਨ ਜਿਸ ਜਨ ਕੈ ਪਾਲੇ, ਸੋਈ ਪੂਰਾ ਸਾਹ। ਤੁਹਾਡੀ ਕਿਰਪਾ ਹੋ ਜਾਵੇ, ਇਹ ਰੁੱਖੇ ਸੁਭਾਅ ਵੀ ਦੂਰ ਹੋ ਜਾਂਦੇ ਹਨ। ਨਹੀਂ ਤਾਂ ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਏ, ਮੋਏ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਪੜ੍ਹਿਆ ਕਰੋ ਆਸਾ ਜੀ ਦੀ ਵਾਰ ਦੇ ਵਿੱਚੋਂ, ਮਨ ਨੂੰ ਬੜਾ ਗਿਆਨ ਪ੍ਰਾਪਤ ਹੋਵੇਗਾ। ਵਾਹਿਗੁਰੂ ਜੀ ਸਾਰਿਆਂ ਦੇ ਕ੍ਰੋਧ ਨੂੰ ਸ਼ਾਂਤ ਕਰ ਦੇਣ ਵਾਲੇ, ਇਹਨਾਂ ਸੁਭਾਵਾਂ ਨੂੰ ਬਦਲ ਦੇਣ ਵਾਲੇ ਆਪ ਜੀ ਨੂੰ ਵਾਹਿਗੁਰੂ ਜੀ ਨਮਸਕਾਰ ਹੈ। ਨਮੋ ਰੁੱਖ ਰੋਖੇ, ਨਮੋ ਸੁਖ ਸੋਖੇ। ਨਮੋ ਰੁੱਖ ਰੋਖੇ, ਨਮੋ ਸੁਖ ਸੋਖੇ। ਭਰੇ ਹੋਏ ਸਮੁੰਦਰ ਸੁੱਕ ਜਾਂਦੇ ਹਨ। ਬੜੇ ਬੜੇ ਪਾਣੀ ਦੇ ਭਰੇ ਹੋਏ ਤਲਾਬ ਜਿਹੜੇ ਹਨ, ਨਦੀਆਂ, ਉੱਥੇ ਰੇਤਾ ਹੀ ਨਜ਼ਰ ਆਉਂਦੀ ਹੈ, ਖਾਲੀ ਨਜ਼ਰ ਆਉਂਦੇ ਹਨ। ਹਰੀ ਹਰੀ ਕਾਈ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਪਾਣੀ ਪੂਣੀ ਸਭ ਸੁੱਕ ਜਾਂਦਾ ਹੈ। ਜਦੋਂ ਤੁਹਾਡੀ ਮਰਜ਼ੀ ਹੁੰਦੀ ਹੈ ਤੇ ਭਰ ਦਿੰਦੇ ਹੋ। ਭੈ ਵਿੱਚ ਪਵਨ ਵਹਿ ਸਦਵਾਓ, ਜਿੰਨਾ ਚਿਰ ਭੈ ਵਿੱਚ ਵਗਦੇ ਹਨ ਉਹਨਾਂ ਚਿਰ ਭਰੇ ਰਹਿੰਦੇ ਹਨ। ਜਦੋਂ ਉਹਨਾਂ ਦਾ ਭੈ ਖਤਮ ਹੋ ਜਾਂਦਾ ਹੈ, ਅਸੀਂ ਬੜੇ ਵੱਡੇ ਹਾਂ, ਉਦੋਂ ਤੁਸੀਂ ਸੁਕਾ ਦਿੰਦੇ ਹੋ। ਇੱਕ ਬੂੰਦ ਵੀ ਪਾਣੀ ਉਹਨਾਂ ਥਾਵਾਂ ਤੇ ਨਜ਼ਰ ਨਹੀਂ ਆਉਂਦੀ। ਉਹੀ ਉਹ ਹਾਲ ਬੰਦੇ ਦਾ ਹੈ। ਜਦੋਂ ਤੱਕ ਭੈ ਹੈ, ਆਸਾ ਜੀ ਦੀ ਵਾਰ ਦੇ ਸ਼ਲੋਕਾਂ ਵਿੱਚ ਸਮਝਾਇਆ ਹੈ, ਬੰਦਿਆ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ। ਸਾਰਾ ਸ਼ਲੋਕ ਪੜ੍ਹਿਆ ਕਰੋ, ਗਿਆਨ ਆ ਜਾਵੇਗਾ। ਤੂੰ ਵੀ ਭੈ ਵਿੱਚ ਰਿਹਾ ਕਰ, ਹਰਿਆ ਭਰਿਆ ਰਵੇਂਗਾ। ਵਾਹਿਗੁਰੂ ਜੀ ਆਪ ਜੀ ਨੂੰ ਨਮੋ ਹੈ, ਨਮਸਕਾਰ ਹੈ। ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਤੁਸੀਂ। ਇੱਕ 4 ਵਿੱਚ, ਸੈਕਿੰਡ ਵਿੱਚ ਹਰਨ ਸਭ ਕੁਝ ਪਾਣੀ ਪੂਣੀ ਦਰਿਆਵਾਂ ਦਾ ਖੋਹ ਲੈਣਾ। ਭਰਨ ਇੱਕ 4 ਵਿੱਚ ਭਰ ਦੇਣਾ ਸਾਰਾ। ਭਾਵੇਂ ਮਾਨਸ ਬੰਦਾ ਕਿਉਂ ਨਾ ਹੋਵੇ, ਖਾਲੀ ਵੀ ਕਰ ਸਕਦੇ ਹਨ, ਭਰ ਵੀ ਸਕਦੇ ਹਨ। ਵੱਡੇ ਵੱਡੇ ਦਰਿਆਵਾਂ ਨੂੰ ਭਰ ਦਿੰਦੇ ਹਨ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਇਹ ਮੰਤਰ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਕੋਲ ਨਹੀਂ ਹੈ। ਆਪ ਜੀ ਨੂੰ ਨਮਸਕਾਰ ਹੈ। ਨਮੋ ਰੁੱਖ ਰੋਖੇ, ਨਮੋ ਸੁਖ ਸੋਖੇ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ। ਜਿੰਨੇ ਵੀ ਰੋਗ ਹਨ ਦੁਨੀਆ ਤੇ, ਜਿਹੜੇ ਸਰੀਰ ਹਨ, ਵਾਹਿਗੁਰੂ ਜੀ ਤੁਸੀਂ ਤਾਂ ਨਿਰਗੁਣ ਰੂਪ ਹੋ। ਅਰਥ ਕਰਨ ਵਾਲਿਆਂ ਗੁਰਮੁਖਾਂ ਨੇ ਭਾਵੇਂ ਅਰਥ ਅਕਾਲ ਪੁਰਖ ਤੇ ਲਾ ਦਿੱਤੇ ਹਨ, ਪਰ ਉਹ ਤਾਂ ਇੰਜ ਨਹੀਂ ਹੋ ਸਕਦੇ। ਨਮੋ ਸਰਬ ਰੋਗੇ। ਹਾਂ, ਜੋ ਜੋ ਕਿਸੇ ਦੇ ਕਰਮ ਹਨ,
ਆ ਜਿਹੜੀ ਸਰਗੁਣ ਸਰੂਪ ਦੁਨੀਆ ਹੈ, ਕਿਉਂਕਿ ਮਾਲਿਕ ਵਾਹਿਗੁਰੂ ਜੀ ਤਾਂ ਵੱਖਰੇ ਹਨ ਨਾ, ਉਹ ਤਾਂ ਸਤ ਸਰੂਪ ਹਨ, ਏਕ ਓੰਕਾਰ ਸਤਨਾਮ। ਉਹ ਤਾਂ ਦੁਨੀਆ ਨੂੰ ਬਣਾਉਣ ਵਾਲੇ ਹਨ, ਕਰਤਾ ਪੁਰਖ ਹਨ, ਨਿਰਭਉ ਹਨ, ਨਿਰਵੈਰ ਹਨ, ਅਕਾਲ ਮੂਰਤ ਹਨ, ਅਜੂਨੀ ਸੈਭੰ ਹਨ, ਗੁਰ ਪ੍ਰਸਾਦ ਹਨ, ਸਭ ਤੇ ਕਿਰਪਾ ਕਰਨ ਵਾਲੇ ਹਨ। ਆ ਜਿੰਨੇ ਵੀ ਰੋਗ ਪੈਦਾ ਹੋਏ ਹਨ ਦੁਨੀਆ ਦੇ ਵਿੱਚ ਜੀਵਾਂ ਨੂੰ, ਚੌਹਾਂ ਖਾਣੀਆਂ ਦੇ ਜੀਵਾਂ ਨੂੰ, ਭਾਵੇਂ ਕੋਈ ਆਂਡਿਆਂ ਤੋਂ ਹੈ, ਕਈ ਵਾਰੀ ਪੰਛੀ ਵੀ ਆਂਡਿਆਂ ਤੋਂ ਪੈਦਾ ਹੋਏ, ਉਹਨਾਂ ਨੂੰ ਵੀ ਖੁਰਕ ਲੱਗੀ ਹੁੰਦੀ ਹੈ, ਰੋਗੀ ਹੋ ਜਾਂਦੇ ਹਨ। ਐਨੀਮਲ ਹਨ, ਗਾਵਾਂ ਮੱਝਾਂ, ਆ ਟੀਵੀ ਵਿੱਚ ਦਿਖਾਉਂਦੇ ਰਹਿੰਦੇ ਨੇ, ਉਹਨਾਂ ਦੀਆਂ ਵੀ ਲੱਤਾਂ ਬਾਹਾਂ, ਸ਼ੇਰਾਂ ਤੱਕ, ਉਹ ਲੋਕ ਜਿਹੜੇ ਨੇ, ਹਾਥੀ ਤੱਕ, ਉਹਨਾਂ ਦੀ ਕੀ ਹਾਲਤ ਹੋ ਜਾਂਦੀ ਹੈ, ਉਹਨਾਂ ਨੂੰ ਰੋਗ ਗ੍ਰਸ ਲੈਂਦੇ ਹਨ। ਮਾਲਕ ਉਹਨਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਇਹ ਰੋਗ ਮਿਲ ਜਾਂਦੇ ਹਨ। ਜਿਵੇਂ 84 ਲੱਖ ਜੂਨ ਹੈ, ਆਪੋ ਆਪਣਾ ਲੇਖਾ ਦੇ ਰਹੀ ਹੈ। ਇਹਨਾਂ ਸਾਰਿਆਂ ਨੂੰ ਪ੍ਰਗਟ ਕਰਨ ਵਾਲੇ ਤੁਸੀਂ ਹੋ। ਅਰਥ ਭਾਵ ਭਾਵੇਂ ਕੀਤੇ ਹਨ ਅਕਾਲ ਪੁਰਖ ਜੀ ਵਾਸਤੇ, ਪਰ ਦਾਸ ਦਾ ਮਨ ਨਹੀਂ ਮੰਨਦਾ ਅਕਾਲ ਪੁਰਖ ਜੀ ਵਾਸਤੇ ਇਸ ਤਰ੍ਹਾਂ ਆਖਣ ਨੂੰ। ਮੇਰਾ ਹਿਰਦਾ, ਮੇਰੀ ਆਤਮਾ ਨਹੀਂ ਮੰਨਦੀ ਵਾਹਿਗੁਰੂ ਜੀ ਨੂੰ ਇਸ ਤਰ੍ਹਾਂ ਕਹਿਣ ਵਾਸਤੇ। ਇਹਨਾਂ ਰੋਗਾਂ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਤੁਸੀਂ ਹੋ, ਔਰ ਇਹਨਾਂ ਨੂੰ ਪ੍ਰਗਟ ਵੀ ਕਰਨ ਵਾਲੇ ਤੁਸੀਂ ਹੋ। ਆਪ ਤੁਸੀਂ ਨਹੀਂ ਇਹਨਾਂ ਦੇ ਵਿੱਚ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ। ਆਪ ਜੀ ਨੂੰ ਨਮਸਕਾਰ ਹੈ। ਦੁਨੀਆ ਬਣਾਈ ਹੈ, ਭੋਗ ਭੋਗ ਰਹੀ ਹੈ, ਪ੍ਰਸ਼ਾਦਾ ਛਕ ਛਕਾ ਰਹੀ ਹੈ, ਸੋਹਣੇ ਸੋਹਣੇ ਵਸਤਰ ਪਹਿਨ ਰਹੀ ਹੈ, ਸੋਹਣੇ ਸੋਹਣੇ ਮੰਦਿਰਾਂ ਦੇ ਵਿੱਚ, ਘਰਾਂ ਦੇ ਵਿੱਚ ਰਹਿ ਰਹੀ ਹੈ। ਆਪ ਨੂੰ ਵੀ ਭੋਗ ਲਵਾਉਂਦੇ ਹਨ। ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਆਪਣੇ ਮਨ ਨੂੰ ਟਿਕਾ ਲੈਂਦੇ ਹਨ ਭੋਗ ਲਵਾ ਕੇ। ਪਰ ਵਾਹਿਗੁਰੂ ਜੀ ਆਪ ਤਾਂ ਨਿਰਗੁਣ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਭੀਤੰ, ਨਮੋ ਸਰਬ ਜੀਤੰ, ਨਮੋ ਸਰਬ ਭੀਤੰ। ਸਾਰੀ ਦੁਨੀਆ ਹਾਰ ਜਾਂਦੀ ਹੈ, ਆਪ ਨਹੀਂ ਹਾਰਦੇ। ਇੱਕ ਦਿਨ ਇਹ ਆਲ ਵਰਲਡ, ਆਲ ਦੁਨੀਆ ਜਿਹੜੀ ਹੈ, ਉਹਨਾਂ ਸਾਰਿਆਂ ਨੂੰ, ਸਰਬ ਨੂੰ ਤੁਸੀਂ ਜਿੱਤ ਲੈਂਦੇ ਹੋ। ਦੁਨੀਆ ਤੇ ਛਾਲਾਂ ਸਾਰੇ ਮਾਰਦੇ ਹਨ, ਰਾਜ ਭੋਗਦੇ ਹਨ, ਮੈਂ ਕਰਦੇ ਹਨ। ਪੜਿਆ ਕਰੋ ਆਸਾ ਜੀ ਦੀ ਵਾਰ ਪਿਆਰਿਓ, ਸਭਨੀ ਛਾਲਾਂ ਮਾਰੀਆਂ। ਜਿਹੜਾ ਵੀ ਦੁਨੀਆ ਤੇ ਆਇਆ ਹੈ, ਘੱਟ ਨਹੀਂ ਕਿਸੇ ਨੇ ਕੀਤੀ, ਸਭਨੀ ਛਾਲਾਂ ਮਾਰੀਆਂ। ਆਸਾ ਜੀ ਦੀ ਵਾਰ, ਸਭਨੀ ਛਾਲਾਂ ਮਾਰੀਆਂ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਕਰਤਾ ਕਰੇ ਸੋ ਹੋਏ। ਜੋ ਕਰਤਾ ਪੁਰਖ ਜੀ ਕਰਦੇ ਹਨ ਉਹ ਹੁੰਦਾ ਹੈ। ਛਾਲਾਂ ਸਾਰੀ ਦੁਨੀਆ ਮਾਰਦੀ ਹੈ, ਆਖਰ ਸਾਰੀ ਦੁਨੀਆ ਦੇ ਜੀਵ ਇੱਕ ਦਿਨ ਹਾਰ ਕੇ ਚਲੇ ਜਾਂਦੇ ਹਨ। ਚਲੇ ਗੁਰਮੁਖ ਵੀ ਜਾਂਦੇ ਹਨ, ਪਰ ਉਹ ਪਹਿਲਾਂ ਹੀ ਹਾਰ ਜਾਂਦੇ ਹਨ, ਗੁਰੂ ਦੇ ਦਰ ਨਾਲ ਜੁੜ ਜਾਂਦੇ ਹਨ। ਗੁਰਮੁਖ ਹਾਰ ਚਲੇ ਜਗ ਜੀਤਾ। ਮਨ ਨੂੰ ਵੀ ਜਿੱਤ ਲੈਂਦੇ ਹਨ, ਮਨ ਜੀਤੇ ਜਗ ਜੀਤ। ਆਪਣੇ ਗੁਰੂ ਨਾਲ ਜੁੜ ਜਾਂਦੇ ਹਨ ਤੇ ਗੁਰੂ ਜੋੜ ਦਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ।
फिर कोई भै नहीं रह जाता, डर नहीं रह जाता। नहीं तो सारी जिंदगी डर लगा रहिंदा है। बुढ़ेपे विच ते बहुता ही लगा रहिंदा है, मैं किहड़े कर्म कीते हन, मेरे नाल हुण की बीतेगी, दसदा भी नहीं किसे नूं। उस डर दे नाल ही डरिया 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 अपनी जान दे बहिंदा है। वाहिगुरु जी आप जी नूं नमो है, आखिर तुसी जितदे हो, सर्ब सारियां नूं तुसी हरा देंदे हो, आप जित जांदे हो। क्योंकि ये रचना, ये खेड तुहाडी है, ये तमाशा तुहाडा है। दुनिया अपने आप नूं विच दरसा देंदी है, मैं कीता, मैं कराया, भुल जांदी है करन करावन हार सुआमी, सगल कटा का अंतर जामी। आप जी नूं नमो है। नमो सर्ब जीतं, नमो सर्ब भीतं। आप जी नूं कोई भै नहीं, दुनिया नूं भै है, डर है। आप जी नूं सतगुरु जी नमस्कार है। अकाल पुरख वाहिगुरु जी। नमो सर्ब ज्ञानं, नमो परम तानं। जिन्ना भी ज्ञान है दुनिया दे विच, ये मत बुद्ध, ये मैमरी, ये सुरत तुसां दिती है, तां किसे कोल कोई थोड़ा बहुता जो भी ज्ञान है तुसां दा दिता होया है। नमो सर्ब ज्ञानं, नमो परम तानं। जिन्ना पल है बाहां विच, डौलियां विच ताकत है, शरीर विच ताकत है। मैं ताण दी बाण तू है मेरे स्वामी, मैं तो दे आगे अरदास, मैं होर थां को नहीं जिस पह करो बेनंती, मेरा दुख सुख तुझ ही पास। मेरे साहिब तू मैं मान निमाणी, अरदास करी प्रभ अपने आगे, सुन सुन जीवा तेरी बाणी। आ जिन्ना ताण है इन्हां हत्थां विच, इन्हां बाहां विच, इन्हां लत्तां विच, ये तुहाडा दिता होया है अकाल पुरख जी। एक दिन ऐसा भी आ जाता है, अज फरीदा कूजड़ा सैकों हाथियों कोल पिया होया भांडा, लोटा गड़वा वो भी 100 को लगता है। ऐसे भी दिन आ जाते हैं, क्योंकि इसका बल ना ही इस हाथ। इनू कौन दसे करन करावन सर्ब को नाथ। ये करन कराउण वाले ते अकाल पुरख वाहिगुरु जी हैं। तू क्यों कहना है मैं कीता है, ये मेरी ताकत है, माई ओन पावर, क्यों कहना है। तू ते बीमार हो जावे, एक चमचा दाल दा भी अपने हत्थां नाल मूंह विच नहीं पा सकता, तेरा बल कित्थों आया। इसका बल ना ही इस हाथ। वाहिगुरु जी तुहाडा दिता होया ये ज्ञान है, ये ताण है। नमो सर्ब ज्ञानं, नमो परम तानं, नमो सर्ब मंत्रं, नमो सर्ब जंत्रं। मंत्रां दे मंत्र, वाहिगुरु गुर मंत्र है, जप होमै खोई। वाहिगुरु जी आप जी नूं नमस्कार है। जंत्रां दे जंतर, जंतर वो हुंदा है जिहदे उत्ते लिख दिओ सतनाम श्री वाहिगुरु, कोई शब्द लिख दिओ सतगुर साचै दिया भेज, ओनू पढ़दे रवो पढ़दे रवो पढ़दे रवो, पुत्र धीआं दे भाग लग जांदे हन। जो लिखिया जावे वो जंत्र है। इत्थे फूक दा जिक्र नहीं आया तंत्र दा,
ਤੇ ਜੇ ਕੋਈ ਫੂਕ ਮਾਰ ਦੇਵੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ, ਉਹ ਤੰਤਰ ਹੈ। ਅਦਰ ਕੋਈ ਬੁਰਾ ਤੰਤਰ ਮਾਰੇ, ਕੋਈ ਬੁਰਾ ਬੰਦਾ ਗੁਰਬਾਣੀ ਤੋਂ ਦੂਰ ਹੋਇਆ ਹੋਰ ਕੁਝ ਪੜ੍ਹ ਕੇ ਫੂਕ ਮਾਰੇ, ਉਹ ਫੂਕ ਗੁਰਸਿੱਖਾਂ ਨੂੰ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਨਹੀਂ ਲੱਗਦੀ। ਤੰਤ ਮੰਤਰ ਵੀ ਮਾਰੇ ਕੋਈ ਹੋਰ ਗੁਰਬਾਣੀ ਤੋਂ ਬਗੈਰ, ਤੰਤ ਮੰਤ ਨੇ ਜੋ ਹੀ ਉਹ ਨੇੜੇ ਨਹੀਂ ਹੁੰਦਾ। ਉਹ ਜੰਤਰ ਮੰਤਰ ਤੰਤਰ ਪੋ ਨਹੀਂ ਸਕਦਾ, ਛੋ ਨਹੀਂ ਸਕਦਾ, ਜੇ ਕੋਈ ਹੋਰ ਪੜ੍ਹ ਕੇ ਮਾਰਿਆ ਹੋਵੇ। ਤੇ ਜੇ ਗੁਰਬਾਣੀ ਦਾ ਕੰਨਾਂ ਵਿੱਚ ਵੀ ਕਿਹਾ ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਦੁੱਖ ਦੂਰ ਹੋ ਜਾਂਦੇ ਹਨ। ਭਾਵੇਂ ਨਿੱਕਾ ਜਿਹਾ ਬੱਚਾ ਕਿਉਂ ਨਾ ਦੁਖੀ ਹੋਵੇ, ਉਹਦਾ ਦੁੱਖ ਵੀ ਚਲਾ ਜਾਂਦਾ ਹੈ। ਅੱਜ ਦੀ ਕਥਾ ਇੱਥੋਂ ਤੱਕ। ਜੇ ਜ਼ਿੰਦਗੀ ਰਹੀ ਅੱਗੋਂ ਪੜਾਂਗੇ। ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ਨ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ। ਜੇ ਭਾਗਾਂ ਵਿੱਚ ਹੋਇਆ, ਜੇ ਕਰਮਾਂ ਵਿੱਚ ਹੋਇਆ, ਕਿਉਂਕਿ ਘੜੀ ਦਾ ਪਤਾ ਨਹੀਂ। ਆ ਕਰੋਨਾ ਵਾਇਰਸ ਆਇਆ ਹੋਇਆ ਹੈ, ਦੁਨੀਆ ਤੁਰੀ ਜਾਂਦੀ ਹੈ। ਬੜੇ ਬੜੇ ਰਾਗੀ ਸਿੰਘ ਚਲੇ ਗਏ ਹਨ। ਭਾਈ ਨਿਰਮਲ ਸਿੰਘ ਜੀ ਖਾਲਸਾ ਬਹਾਨਾ ਬਣਿਆ ਹੈ ਕਰੋਨਾ ਵਾਇਰਸ ਦਾ। ਹੋਰ ਬੜੀ ਦੁਨੀਆ ਜਾ ਰਹੀ ਹੈ, ਕੀ ਪਤਾ ਹੈ। ਕੱਲ ਵੀ ਬੇਨਤੀ ਕੀਤੀ ਸੀ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨ ਕਾ, ਵਟ ਕੌਨਫੀਡੈਂਸ डू you place in this fragile vessel? इतनक लागे ठनका, it breaks with the slight touch। माड़ा जिहा कोई ना कोई बहाना बनना, सट वजनी है। ते ये देह जिहड़ी है मिट्टी दी देह, क्योंकि मिट्टी दीयां चीजां टुट जांदियां ने। इस करके डरिए उस वाहिगुरु जी तो। धन गुरु गोबिंद सिंह सच्चे पातशाह जी नमो नमो नमस्कार नमस्कार कर रहे हैं। ਆਪਾਂ ਵੀ ਕਰਿਆ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਆਖਿਆ ਕਰੀਏ, ਨਮਸਕਾਰ ਤਾਕੋ ਲੱਖ ਬਾਰ। ਜਿੰਨੀ ਵਾਰੀ ਵੀ ਮੱਥਾ ਟੇਕਿਆ ਜਾਵੇ ਓਨੀ ਵਾਰੀ ਥੋੜਾ ਹੈ। ਇਹਨਾਂ ਦਿਨਾਂ ਵਿੱਚ ਤਾਂ ਕੋਈ ਮੱਥਾ ਵੀ ਨਹੀਂ ਟੇਕ ਰਿਹਾ, ਮੈਂ ਬੈਠਾ ਦੇਖਦਾ ਰਹਿਣਾ ਹਾਂ। ਉੱਚਾ ਸਿਰ ਰੱਖਦੇ ਨੇ, ਸਾਨੂੰ ਕਰੋਨਾ ਨਾ ਚੰਬੜ ਜਾਵੇ। ਸਤਿਗੁਰੂ ਜੀ ਤੋਂ ਦੂਰ ਹੋ ਕੇ ਲੰਮੇ ਪੈ ਕੇ ਮੱਥਾ ਟੇਕਦੇ ਨੇ, ਕਿਤੇ ਕਰੋਨਾ ਨਾ ਪਕੜ ਲਵੇ। ਮੱਥਾ ਵੀ ਨਹੀਂ ਲੱਗਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ। ਐਸਾ ਸਮਾਂ ਆ ਗਿਆ ਹੈ। ਤਾਈਓ ਮਹਾਰਾਜ ਜੀ ਕਹਿੰਦੇ ਨੇ, ਪਤਾ ਨਹੀਂ ਕਿਹੋ ਜਿਹਾ ਟਾਈਮ ਆਵੇਗਾ, ਪਹਿਲਾਂ ਪਹਿਲਾਂ ਨਾਮ ਜਪ ਲਓ। ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ ਕਥਾ ਕੀਤੀ ਹੈ। ਕਈ ਅੱਖਰ